मॉर्निंग स्टूडेंट्स। ਅੱਜ ਲੈਸਨ ਚੱਲ ਰਿਹਾ ਇਕਨੋਮਿਕਸ ਦਾ ਫਸਟ ਦ ਸਟੋਰੀ ਆਫ ਆ ਵਿਲੇਜ। ਅਤੇ ਆਪਾਂ ਪਿੱਛੇ ਕਾਫੀ ਸਾਰੇ ਕਨਸੈਪਟਸ ਕਲੀਅਰ ਕਰ ਚੁੱਕੇ ਹਾਂ। ਤਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਲੇਬਰ ਦੇ ਬਾਰੇ ਪੜ੍ਹਿਆ ਸੀ। ਸੋ ਅੱਜ ਆਪਾਂ ਕੈਪੀਟਲ ਬਾਰੇ ਪੜ੍ਹਾਂਗੇ। ਕੈਪੀਟਲ ਨੂੰ ਕੱਚਾ ਮਾਲ ਵੀ ਅਸੀਂ ਕਹਿ ਸਕਦੇ ਹਾਂ, ਬਟ ਇਕਨੋਮਿਕਸ ਦੇ ਵਿੱਚ ਆਪਾਂ ਕੈਪੀਟਲ ਨੂੰ ਪੂੰਜੀ ਕਹਿੰਦੇ ਹਾਂ। ਪੂੰਜੀ ਮਤਲਬ ਜੋ ਆਪਣੇ ਕੋਲ ਪੈਸਾ ਹੈ ਜਾਂ ਜੋ ਆਪਣੇ ਕੋਲ ਪ੍ਰੋਪਰਟੀ ਹੈ, ਇਨਕਲੂਡਿੰਗ ਪ੍ਰੋਪਰਟੀਜ਼, ਜੋ ਸਾਰੀ ਪ੍ਰੋਪਰਟੀ ਹੈ, ਪੈਸਾ ਹੈ, ਜ਼ਮੀਨ ਜਾਇਦਾਦ, ਸਭ ਨੂੰ ਜੋੜ ਕੇ ਕੀ ਬਣ ਜਾਂਦਾ ਹੈ? ਕੈਪੀਟਲ ਬਣ ਜਾਂਦਾ, ਪੂੰਜੀ ਬਣ ਜਾਂਦੀ ਹੈ। ਕੈਪੀਟਲ ਮੀਨਸ ਆਲ ਦੋਜ਼ ਮੈਨ ਮੇਡ ਗੁਡਸ ਵਿਚ ਆਰ ਯੂਜ਼ਡ ਇਨ ਫਰਦਰ ਪ੍ਰੋਡਕਸ਼ਨ ਆਫ ਗੁਡਸ। ਮੈਨ ਮੇਡ ਗੁਡਸ ਹੁੰਦੀਆਂ ਇਹ ਜਿਹੜੀਆਂ ਕਿ ਯੂਜ਼ ਕੀਤੀਆਂ ਜਾਂਦੀਆਂ ਫਰਦਰ ਪ੍ਰੋਡਕਸ਼ਨ ਆਫ ਗੁਡਸ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੋਰ ਚੀਜ਼ਾਂ ਨੂੰ ਬਣਾਉਣ ਦੇ ਵਾਸਤੇ ਕੰਮ ਆਉਂਦੀਆਂ ਤਾਂ ਉਸ ਨੂੰ ਅਸੀਂ ਕੈਪੀਟਲ ਕਹਿ ਦਿੰਦੇ ਹਾਂ। ਇਟ ਇਜ਼ ਪ੍ਰੋਡਿਊਸਡ ਮੀਨਸ ਆਫ ਪ੍ਰੋਡਕਸ਼ਨ। ਇਨ ਅਦਰ ਵਰਡਸ ਇਟ ਇਜ਼ ਯੂਜ਼ਡ ਐਜ਼ ਇਨਪੁੱਟ ਦੇ ਤੌਰ 'ਤੇ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ, ਇਹ ਬਿਲਡਿੰਗ ਇਜ਼ ਨੋਟ ਅ ਕੈਪੀਟਲ ਇਫ ਇਟ ਇਜ਼ ਯੂਜ਼ਡ ਫॉर ਪ੍ਰਾਈਵੇਟ ਹਾਊਸਿੰਗ, ਬਟ ਇਟ ਇਜ਼ ਕਾਲਡ ਕੈਪੀਟਲ ਇਫ ਇਟ ਇਜ਼ ਯੂਜ਼ ਫॉर ਪ੍ਰੋਡਕਟਿਵ ਪਰਪਸ। ਹੁਣ ਇੱਕ ਬਿਲਡਿੰਗ ਹੈ, ਉਹ ਕੈਪੀਟਲ ਨਹੀਂ ਹੈਗੀ, ਹੈ ਨਾ, ਜੇ ਪ੍ਰਾਈਵੇਟ ਹਾਊਸਿਸ ਦੇ ਵਾਸਤੇ ਇਹਨਾਂ ਨੂੰ ਵਰਤਿਆ ਜਾਂਦਾ ਹੈ ਤਾਂ। ਬਟ ਜੇਕਰ ਇਹੀ ਬਿਲਡਿੰਗ ਹੈ ਜਿਹੜੀ ਕਿਸੇ ਪ੍ਰੋਡਕਟਿਵ ਪਰਪਸ ਦੇ ਵਾਸਤੇ ਵਰਤੀ ਜਾਵੇ, ਇਸ ਬਿਲਡਿੰਗ ਦੇ ਵਿੱਚ ਕੁਛ ਹੋਰ ਚੇਂਜਸ ਕਰਕੇ ਕੁਛ ਹੋਰ ਬਣਾਇਆ ਜਾਵੇ, ਕੋਈ ਹੋਰ ਡਿਪਾਰਟਮੈਂਟ ਬਣਾਏ ਜਾਣ, ਤਾਂ ਇਹ ਕੀ ਹੋਊਗੀ? ਇਹ ਕੈਪੀਟਲ ਹੋਊਗੀ, ਇਹ ਪੂੰਜੀ ਹੋਊਗੀ। ਫੋਰ ਐਗਜ਼ਾਮਪਲ, ਆ ਫੈਕਟਰੀ ਬਿਲਡਿੰਗ ਵਿਚ ਇਜ਼ ਯੂਜ਼ਡ ਫੋਰ ਪ੍ਰੋਡਿਊਸਿੰਗ ਵੇਰੀਅਸ ਗੁਡਸ ਇਜ਼ ਅ ਕੈਪੀਟਲ। ਫੈਕਟਰੀ ਬਿਲਡਿੰਗ ਹੈ ਜਿਹੜੀ ਉਹ ਕੈਪੀਟਲ ਹੈ। ਕਿਉਂਕਿ ਉਸ ਨੂੰ ਯੂਜ਼ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰੋਡਿਊਸ ਕਰਨ ਵਾਸਤੇ, ਬਣਾਉਣ ਦੇ ਵਾਸਤੇ। ਸੋ ਇਹ ਟੈਲੀਵਿਜ਼ਨ ਸੈੱਟ ਯੂਜ਼ਡ ਇਨ ਦਾ ਰਿਸੈਪਸ਼ਨ ਆਫ ਅ ਕੰਪਨੀ ਇਜ਼ ਕੈਪੀਟਲ। ਹੁਣ ਟੈਲੀਵਿਜ਼ਨ ਸੈੱਟ ਜਿਹੜਾ ਕਿ ਕੰਪਨੀ ਦੀ ਰਿਸੈਪਸ਼ਨ 'ਤੇ ਲੱਗੇ ਹੋਏ ਹੁੰਦੇ ਆ ਨਾ, ਜੋ ਜਦੋਂ ਆਪਾਂ ਜਾਂਦੇ ਹਾਂ ਸ਼ੋਅਰੂਮ ਦੇ ਵਿੱਚ, ਤਾਂ ਉੱਥੇ ਸ਼ੁਰੂ ਦੇ ਵਿੱਚ ਜੋ ਆਪਾਂ ਨੂੰ ਦਿਖਾਏ ਜਾਂਦੇ ਆ, ਤਾਂ ਉਹ ਕੈਪੀਟਲ ਹੈ। ਕਿਉਂਕਿ ਉਸ ਤੋਂ ਉਹ ਅੱਗੇ ਜਾ ਕੇ ਉਹਨਾਂ ਨੇ ਹੋਰ ਵੀ ਪ੍ਰੋਡਕਟ ਜਿਹੜੇ ਹੈਗੇ ਆ ਉਹ ਵੇਚਣੇ ਹੁੰਦੇ ਆ। ਬਟ ਵੈਨ ਯੂਜ਼ਡ ਇਨ ਅ ਰੈਜ਼ੀਡੈਂਸ਼ੀਅਲ ਹਾਊਸ ਇਜ਼ ਨੋਟ ਅ ਕੈਪੀਟਲ। ਅਤੇ ਜਦੋਂ ਉਹੀ TV ਆਪਾਂ ਘਰ ਦੇ ਵਿੱਚ ਲਿਆ ਕੇ ਯੂਜ਼ ਕਰਦੇ ਹਾਂ ਤਾਂ ਉਹ ਕੈਪੀਟਲ ਨਹੀਂ ਰਹਿੰਦਾ। ਸੋ ਇਸ ਤਰੀਕੇ ਦੇ ਨਾਲ ਉਹ ਚੀਜ਼ਾਂ ਮੈਨ ਮੇਡ ਗੁਡਸ ਵਿਚ ਆਰ ਯੂਜ਼ਡ ਇਨ ਫਰਦਰ ਪ੍ਰੋਡਕਸ਼ਨ ਆਫ ਗੁਡਸ, ਹੋਰ ਪ੍ਰੋਡਕਸ਼ਨ ਚੀਜ਼ਾਂ ਦੀ ਹੋਰ ਪ੍ਰੋਡਕਸ਼ਨ ਕਰਨ ਦੇ ਵਾਸਤੇ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਹੈ ਮੈਨ ਮੇਡ ਗੁਡਸ, ਉਹਨਾਂ ਨੂੰ ਅਸੀਂ ਕੈਪੀਟਲ ਕਹਿ ਦਿੰਦੇ ਹਾਂ। ਮੇਨ ਫੀਚਰ ਆਫ ਕੈਪੀਟਲ, ਹੁਣ ਕੈਪੀਟਲ ਦੀਆਂ ਜੋ ਫੀਚਰਸ ਆ ਉਹ ਕੀ ਹੁੰਦੀਆਂ? ਕੈਪੀਟਲ ਮੈਨ ਮੇਡ ਫੈਕਟਰ ਹੈ ਸਭ ਤੋਂ ਪਹਿਲਾਂ। ਦੂਸਰਾ, ਇਟ ਇਜ਼ ਸੈਕੰਡਰੀ ਪ੍ਰੋਡਕਸ਼ਨ ਆਫ ਪ੍ਰੋਡਕਸ਼ਨ। ਇਹ ਸੈਕੰਡਰੀ ਫੈਕਟਰ ਆ ਪ੍ਰੋਡਕਸ਼ਨ ਦਾ, ਠੀਕ ਹੈ, ਗੌਣ ਫੈਕਟਰ ਆ ਦੂਜੇ ਨੰਬਰ 'ਤੇ ਆ। ਉਸ ਤੋਂ ਬਾਅਦ ਕੈਪੀਟਲ ਇਨਵੋਲਵ ਡੈਪਰੀਸੀਏਸ਼ਨ। ਕੈਪੀਟਲ ਦੇ ਵਿੱਚ ਡੈਪਰੀਸੀਏਸ਼ਨ ਹੁੰਦਾ ਹੈ। ਡੈਪਰੀਸੀਏਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਮੰਨ ਲਓ ਕਿ ਆਪਾਂ ਕੋਈ ਮੋਬਾਈਲ ਫੋਨ ਹੈ 10,000 ਦਾ ਲਿਆ। ਹੁਣ 10,000 ਦਾ ਲਿਆ ਤਾਂ ਜਦੋਂ ਆਪਾਂ ਇਸ ਨੂੰ ਸੇਲ ਕਰਨਾ ਹੈ ਤਾਂ ਇਹਦੇ ਵਿੱਚ ਗਿਰਾਵਟ ਕਿੰਨੀ ਆਊਗੀ? ਇਹਦੇ ਦਾਮ ਦੇ ਵਿੱਚ ਆਪਾਂ ਜਿਹੜਾ ਹੈਗਾ, ਇਹ ਤਾਂ ਹੈ ਨਹੀਂ ਵੀ ਜੇ 10,000 ਦਾ ਲਿਆ ਤਾਂ 10,000 ਦਾ ਸੇਲ ਕਰਾਂਗੇ, ਨੋ, ਇਸ ਦੇ ਵਿੱਚ ਕੁਛ ਤਾਂ ਗਿਰਾਵਟ ਆਊਗੀ। ਮੰਨ ਲਓ ਇਸ ਦੇ ਵਿੱਚ 2,000 ਗਿਰਾਵਟ ਆ ਗਈ ਤਾਂ ਇਹ 2,000 ਕੀ ਆ? ਇਹ ਡੈਪਰੀਸੀਏਸ਼ਨ। ਤਾਂ ਇਸ ਦਾ ਨੈਟ ਜੋ ਇਨਕਮ ਹੈ ਉਹ ਕਿੰਨੀ ਰਹਿ ਗਈ? ਇਹਦੀ 8,000, ਠੀਕ ਹੈ, 8,000 ਰਹਿ ਗਿਆ। ਜੋ ਆ ਗਿਰਾਵਟ ਆਈ ਹੈ ਇਹਦੇ ਵਿੱਚ ਉਹ ਡੈਪਰੀਸੀਏਸ਼ਨ ਹੈ। ਇਸੇ ਤਰੀਕੇ ਨਾਲ ਕੈਪੀਟਲ ਦੇ ਵਿੱਚ ਕੀ ਹੋ ਜਾਂਦਾ? ਡੈਪਰੀਸੀਏਸ਼ਨ ਹੋ ਜਾਂਦੀ ਹੈ। ਕੈਪੀਟਲ ਦਾ ਜੋ ਪਹਿਲਾਂ ਦਾਮ ਹੁੰਦਾ ਹੈ ਉਹ ਹੌਲੀ ਹੌਲੀ ਘਟ ਜਾਂਦਾ ਹੈ, ਗਿਰਾਵਟ ਉਹਦੇ 'ਚ ਆਉਂਦੀ ਰਹਿੰਦੀ ਹੈ। ਕੈਪੀਟਲ ਨੀਡ ਇਨ ਫਾਰਮਿੰਗ। ਹੁਣ ਕੈਪੀਟਲ ਦੀ ਜ਼ਰੂਰਤ ਕੀ ਹੈ ਫਾਰਮਿੰਗ ਦੇ ਵਿੱਚ? ਮੱਚ ਮਨੀ ਇਜ਼ ਨੀਡ ਟੂ ਇੰਪਲੀਮੈਂਟ ਦਾ ਮਾਡਰਨ ਫਾਰਮਿੰਗ ਮੈਥਡ। ਬਹੁਤ ਸਾਰੀ ਮਨੀ ਜ਼ਰੂਰਤ ਹੁੰਦੀ ਹੈ ਜੋ ਕਿ ਮਾਡਰਨ ਫਾਰਮਿੰਗ ਮੈਥਡ ਹੈ ਜਿਹੜੇ ਉਹਨਾਂ ਨੂੰ ਲਾਗੂ ਕਰਨ ਦੇ ਵਾਸਤੇ, ਜਿਵੇਂ ਕਿ ਬਾਈ ਸੀਡਸ, ਕੈਮੀਕਲ, ਫਰਟੀਲਾਈਜ਼ਰ, ਪੈਸਟੀਸਾਈਡਸ, ਮਸ਼ੀਨਸ, ਇਕੁਇਪਮੈਂਟਸ ਐਕਸੈਕਟਰਾ, ਸਾਰੀਆਂ ਚੀਜ਼ਾਂ ਐਗਰੀਕਲਚਰ ਦੇ ਵਾਸਤੇ ਜ਼ਰੂਰੀ ਹੈ। ਹੁਣ ਕੀ ਹੈ, ਕਹਿੰਦੇ ਲਾਰਜ ਐਂਡ ਮੀਡੀਅਮ ਸਕੇਲ ਫਾਰਮਰ ਅਰਨ ਮੋਰ ਇਨਕਮ ਐਜ਼ ਕੰਪੇਅਰ ਟੂ ਦਾ ਸਮੋਲ ਸਕੇਲ ਫਾਰਮਰ। ਜਿਹੜੇ ਲਾਰਜ ਸਕੇਲ ਵਾਲੇ ਫਾਰਮਰ, ਆਪਾਂ ਨੂੰ ਵੀ ਪਤਾ ਵੀ ਉਹ ਜ਼ਿਆਦਾ ਇਨਕਮ ਜਿਹੜੀ ਹੈਗੀ ਆ ਵੀ ਕਮਾਉਂਦੇ ਆ ਸਮੋਲ ਸਕੇਲ ਫਾਰਮਰ ਦੇ ਨਾਲੋਂ।
ਸੋ these farmer out of their own saving from farming arrange for the capital needed in farming। ਹੁਣ ਜਿਹੜੇ ਲਾਰਜ ਸਕੇਲ ਵਾਲੇ ਫਾਰਮਰ ਹੁੰਦੇ ਆ ਇਹ ਤਾਂ ਕੀ ਕਰਦੇ ਆ ਵੀ ਆਪਦੀ ਸੇਵਿੰਗ ਰੱਖ ਲੈਂਦੇ ਆ, ਫਾਰਮਿੰਗ ਦੇ ਵਿੱਚੋਂ ਜੋ ਇਹਨਾਂ ਨੂੰ ਮਿਲਿਆ ਉਹ ਸੇਵ ਕਰ ਲੈਂਦੇ ਆ ਅਤੇ ਉਹ ਕੈਪੀਟਲ ਦੇ ਤੌਰ 'ਤੇ ਵਰਤ ਲੈਂਦੇ ਆ। ਬਟ ਸਮਾਲ ਸਕੇਲ ਫਾਰਮਰ ਹੈਵ ਟੂ ਟੇਕ ਲੋਨਸ ਔਨ ਹਾਈ ਰੇਟ ਆਫ ਇੰਟਰਸਟ ਫਰੋਮ ਦਾ ਲਾਰਜ ਸਕੇਲ ਫਾਰਮਰ ਔਰ ਦਾ ਵਿਲੇਜ ਮਨੀ ਲੈਂਡਰਸ। ਕਹਿੰਦੇ ਸਮਾਲ ਸਕੇਲ ਫਾਰਮਰ ਨੂੰ ਕੀ ਕਰਨਾ ਪੈਂਦਾ, ਇਹਨਾਂ ਕੋਲੇ ਸੇਵਿੰਗ ਤਾਂ ਜ਼ਿਆਦਾ ਹੁੰਦੀ ਨਹੀਂ, ਖੇਤ ਦਾ ਆਕਾਰ ਛੋਟਾ ਹੋਣ ਕਰਕੇ ਇਹ ਕੀ ਕਰਦੇ ਆ, ਲੋਨਸ ਲੈਂਦੇ ਆ ਹਾਈ ਰੇਟ 'ਤੇ, ਹਾਈ ਜਿਹੜੇ ਹੈਗੇ ਜ਼ਿਆਦਾ ਵਿਆਜ ਦੀਆਂ ਦਰਾਂ ਉੱਤੇ ਲੋਨ ਲੈਣੇ ਪੈਂਦੇ ਆ ਇਹਨਾਂ ਨੂੰ, ਜਾਂ ਫਿਰ ਇਹ ਪਿੰਡ ਦੇ ਜੋ ਵੀ ਮਨੀ ਲੈਂਡਰ ਹੁੰਦੇ ਆ ਉਹਨਾਂ ਤੋਂ ਕਰਜ਼ਾ ਵਗੈਰਾ ਲੈ ਲੈਂਦੇ ਆ, ਉਹਦੇ ਨਾਲ ਆਪਦਾ ਕੈਪੀਟਲ ਆ ਜਿਹੜਾ ਉਹ ਅਰੇਂਜ ਕਰਦੇ ਆ। ਸਮਟਾਈਮ ਦੇ ਹੈਵ ਟੂ ਮੌਰਟਗੇਜ ਦੇਅਰ ਹਾਊਸਸ ਔਰ ਸਮਾਲ ਲੈਂਡ ਹੋਲਡਿੰਗ ਟੂ ਰੀਪੇ ਦਾ ਲੋਨਸ। ਫਿਰ ਜਦੋਂ ਇਹ ਲੋਨ ਲੈਂਦੇ ਆ, ਮੰਨ ਲਓ ਖੇਤ ਦਾ ਆਕਾਰ ਛੋਟਾ ਏ, ਇਹਨਾਂ ਨੂੰ ਕੋਈ ਫਸਲ ਨਹੀਂ ਜ਼ਿਆਦਾ ਚੰਗੀ ਨਹੀਂ ਹੋਈ ਜਾਂ ਜ਼ਿਆਦਾ ਪੈਸਾ ਨਹੀਂ ਬਚਿਆ, ਤਾਂ ਇਹਨਾਂ ਨੂੰ ਆਪਦਾ ਜੋ ਘਰ ਹੈ ਉਹ ਗਹਿਣੇ ਰੱਖਣਾ ਪੈਂਦਾ ਹੈ, ਮੌਰਟਗੇਜ ਕਰਨਾ ਪੈਂਦਾ, ਆਪਦੀਆਂ ਜ਼ਮੀਨਾਂ ਮੌਰਟਗੇਜ ਕਰਨੀਆਂ ਪੈਂਦੀਆਂ। ਕਾਹਦੇ ਵਾਸਤੇ, ਲੋਨ ਨੂੰ ਪੇ ਕਰਨ ਦੇ ਵਾਸਤੇ। ਇਫ ਦੇ ਆਰ ਅਨਏਬਲ ਟੂ ਰੀਪੇ ਦਾ ਲੋਨਸ ਦੇ ਆਰ ਪ੍ਰੋਪਰਟੀਜ਼ ਸਾਈਜ਼। ਹੁਣ ਜੇਕਰ ਇਹ ਲੋਨ ਨਹੀਂ ਪੇ ਕਰਨਗੇ ਤਾਂ ਉਹਨਾਂ ਦੀ ਪ੍ਰੋਪਰਟੀ ਹੜੱਪ ਵੀ ਕਰ ਲਈ ਜਾਂਦੀ ਹੈ। But government has opened special institutions such as regional rural banks, cooperative societies, land development banks and national banks for agriculture and rural development to provide the capital to the farmers to fulfill the need of the capital। ਹੁਣ ਕੀ ਹੈ, ਇਹਨਾਂ ਦੇ ਦੁਆਰਾ ਸਰਕਾਰ ਦੇ ਦੁਆਰਾ ਬਹੁਤ ਸਾਰੇ ਇੰਸਟੀਟਿਊਸ਼ਨਸ ਖੋਲ੍ਹੇ ਗਏ ਆ ਤਾਂ ਜੋ ਕਿਸਾਨਾਂ ਨੂੰ, ਛੋਟੇ ਪੱਧਰ ਦੇ ਕਿਸਾਨਾਂ ਨੂੰ ਕੈਪੀਟਲ ਮੁਹੱਈਆ ਕਰਵਾਇਆ ਜਾ ਸਕੇ, ਉਹਨਾਂ ਦੀ ਜੋ ਪੂੰਜੀ ਦੀਆਂ ਜ਼ਰੂਰਤਾਂ ਹੈ ਉਹਨਾਂ ਨੂੰ ਪੂਰੀਆਂ ਕੀਤੀਆਂ ਜਾ ਸਕਣ। ਫਾਰਮਰ ਹੈਵ ਟੂ ਟੇਕ ਲੋਨਸ ਫਰੋਮ ਥੀਸ ਇੰਸਟੀਟਿਊਸ਼ਨਸ। ਅਤੇ ਜਿਹੜੇ ਇੰਸਟੀਟਿਊਸ਼ਨ ਖੋਲ੍ਹੇ ਗਏ ਆ ਇਹਨਾਂ ਤੋਂ ਫਾਰਮਰ ਲੋਨ ਵਗੈਰਾ ਵੀ ਲੈ ਸਕਦੇ ਆ। ਇਹ ਇੰਸਟੀਟਿਊਸ਼ਨਸ ਕਿਹੜੇ ਆ, ਰੂਰਲ ਬੈਂਕਸ ਹੋ ਗਈਆਂ ਜਿਸ ਤਰ੍ਹਾਂ, ਕੋਆਪਰੇਟਿਵ ਸੁਸਾਇਟੀਜ਼ ਸਹਾਇਕ ਸੁਸਾਇਟੀਆਂ, ਲੈਂਡ ਡਿਵੈਲਪਮੈਂਟ ਬੈਂਕਸ, ਨੈਸ਼ਨਲ ਬੈਂਕਸ ਫॉर ਐਗਰੀਕਲਚਰ ਜਾਂ ਰੂਰਲ ਡਿਵੈਲਪਮੈਂਟ ਜੋ ਚੱਲਦੀ ਹੈ, ਨਬਾਰਡ ਵੀ ਜਿਹਨੂੰ ਕਿਹਾ ਜਾਂਦਾ ਹੈ, ਉਹ ਜਿਹੜੀ ਹੈਗੀ ਹੈ ਇਹ ਚਲਾਈਆਂ ਜਾਂਦੀਆਂ ਹੈ। ਤਾਂ ਇਹਨਾਂ ਸਾਰੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ ਦੇ ਨਾਲ ਛੋਟੇ ਪੱਧਰ ਵਾਲੇ ਕਿਸਾਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ।